ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜਨਾ ਕਰੀਏ। ਇਹ ਜੀਵਨ ਮਿਲਿਆ ਹੈ ਨਾਮ ਜਪਣ ਵਾਸਤੇ, ਸਿਮਰਨ ਕਰਨ ਵਾਸਤੇ, ਕਿਰਤ ਕਮਾਈ ਕਰਨ ਵਾਸਤੇ। ਜਿੰਨਾ ਕੁ ਸਮਾਂ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤਾ ਹੈ, ਕਿਰਤ ਕਮਾਈ ਵੀ ਕਰਨੀ ਹੈ, ਨਾਮ ਵੀ ਜਪਣਾ ਹੈ, ਵੰਡ ਕੇ ਵੀ ਛਕਣਾ ਹੈ। ਇਸ ਰਸਨਾ ਦੇ ਨਾਲ ਉਸ ਸੱਚੇ ਵਾਹਿਗੁਰੂ ਜੀ ਨੂੰ ਯਾਦ ਵੀ ਕਰਨਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਨੇ ਚਾਨਣਾ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦਾ ਇਸ ਮਨ ਨੂੰ, ਕਿਉਂਕਿ ਅਸੀਂ ਅੰਧਕਾਰ ਵਿੱਚ, ਪਾਪਾਂ, ਅਪਰਾਧਾਂ, ਵਿਸ਼ਿਆਂ, ਵਿਕਾਰਾਂ ਵਿੱਚ ਗਲੇ ਪਏ ਹਾਂ, ਠੱਗੀਆਂ ਕਰ ਕਰਕੇ। ਇਨ ਠਗਵਾਰੀ ਬਹੁਤ ਘਰ ਗਾਲੇ, ਕਈ ਘਰ ਗਲ ਗਏ ਨਾ ਠੱਗੀਆਂ ਠੋਰੀਆਂ ਦੇ ਨਾਲ। ਪਰ ਨਾਮ ਨਾ ਜਪਿਆ ਗਿਆ, ਸਿਮਰਨ ਨਾ ਕੀਤਾ ਗਿਆ, ਸਤਨਾਮ ਸ੍ਰੀ ਵਾਹਿਗੁਰੂ ਨਾ ਆਖਿਆ ਗਿਆ। ਜਿੰਨਾ ਕੁ ਸਮਾਂ, ਜਿੰਨਾ ਵੀ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਮਿਲਿਆ ਹੈ ਜ਼ਿੰਦਗੀ ਦਾ, ਇਹ ਕੋਈ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਹੈ, ਔਰ ਉਹਦੇ ਵਿੱਚ ਵਾਧਾ ਘਾਟਾ ਵੀ ਕੋਈ ਨਹੀਂ ਹੋ ਸਕਦਾ। ngਣ ਕਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤਿਲ ਸਾਰ। ਤਿਲ ਜਿੰਨਾ ਵੀ ਫਰਕ ਨਹੀਂ ਪੈਂਦਾ, ਆਪੋ ਆਪਣੇ ਸਮੇਂ ਦੇ ਅਨੁਸਾਰ ਸਾਰਿਆਂ ਜਿੰਨੇ ਵੀ ਪ੍ਰਾਹੁਣੇ ਆਏ ਹੋਏ ਹਾਂ ਦੁਨੀਆ ਤੇ, ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਜਿਵੇਂ ਪ੍ਰਾਹੁਣੇ ਉੱਠ ਕੇ ਸਵੇਰੇ ਆਪਣਾ ਸਮਾਨ ਸਾਂਭ ਲੈਂਦੇ ਨੇ ਕਿ ਅਸੀਂ ਅੱਜ ਚਲੇ ਜਾਣਾ ਹੈ, ਇਸ ਪ੍ਰਕਾਰ ਬੰਦਾ ਵੀ ਇਸ ਦੁਨੀਆ ਦੇ ਵਿੱਚ ਪ੍ਰਾਹੁਣਾ ਬਣ ਕੇ ਆਇਆ ਹੈ। ਜਦੋਂ ਪ੍ਰਭਾਤ ਹੁੰਦੀ ਹੈ, ਉਮਰ ਮੁੱਕ ਜਾਂਦੀ ਹੈ, ਇਸ ਨੂੰ ਵੀ ਜਾਣਾ ਪੈਂਦਾ ਹੈ। ਆਉਣ ਲੱਗਿਆਂ ਤਾਂ ਅਕਾਲ ਪੁਰਖ ਜੀ ਨੇ ਦੁਨੀਆ ਵਿੱਚ ਆ ਕੇ ਨਗਨ ਹੋ ਜਾਂਦਾ ਹੈ। ਜਦੋਂ ਮਾਂ ਜਨਮ ਦਿੰਦੀ ਹੈ, ਦਾਦੀ ਦਾਦਾ, ਨਾਨੀ ਨਾਨਾ, ਮਾਂ ਤੇ ਪਿਓ ਅਕਸਰ ਵੱਡਿਆਂ ਨੂੰ ਕਹਿੰਦੇ ਹਨ, ਜਨਮ ਹੋਣ ਲੱਗਾ ਹੈ ਬੱਚੇ ਦਾ, ਕੋਈ ਕੱਪੜਾ ਲੈ ਆਉਣਾ। ਦਾਦੀ ਦਾਦਾ ਲੈ ਆਉਂਦੇ ਹਨ, ਜੇ ਜਿਉਂਦੇ ਹੋਣ, ਨਹੀਂ ਤਾਂ ਨਾਨੀ ਨਾਨਾ, ਮਾਂ ਪਿਓ ਲੈ ਆਉਂਦੇ ਹਨ ਗਲ ਵਿੱਚ ਕੱਪੜਾ ਪਾਉਣ ਵਾਸਤੇ। ਲੇਕਿਨ ਜਿਹੜੀ ਵਿੱਚ ਆਤਮਾ ਹੈ, ਜਿਹੜਾ ਮਨ ਹੈ, ਅਕਾਲ ਪੁਰਖ ਜੀ ਨੇ, ਪਰਮੇਸ਼ਰ ਜੀ ਨੇ, ਸਤ ਕਰਤਾਰ ਜੀ ਨੇ, ਸਤਨਾਮ ਜੀ ਨੇ, ਅਕਾਲ ਪੁਰਖ ਜੀ ਨੇ ਮਾਂ ਦੀ ਕੁੱਖ ਦੇ ਵਿੱਚੋਂ ਉਹਨੂੰ ਨਗਨ ਨਹੀਂ ਭੇਜਿਆ, ਕੱਪੜਾ ਦੇ ਕੇ ਭੇਜਿਆ ਹੈ। ਜਿਹੜਾ ਕੱਪੜਾ 60, 70, 80, 100 ਸਾਲ, ਕਈ ਵਾਰੀ ਵੱਧ ਵੀ ਹੰਡ ਜਾਂਦਾ ਹੈ, ਉਹ ਕੱਪੜਾ ਹੈ ਸਰੀਰ ਦੇ। ਆਉਣ ਲੱਗਿਆਂ ਜਦੋਂ ਮਾਨਸ ਜਨਮ ਮਿਲਿਆ ਹੈ, ਜਿਸ ਨੇ ਉਹ ਕੱਪੜਾ ਦਿੱਤਾ ਹੈ, ਕੱਪੜਾ ਨਾਮ ਹੈ ਬੋਡੀ ਦਾ, ਦੇਹ ਦਾ, ਸਰੀਰ ਦਾ, ਤਨ ਦਾ। ਮਾਲਕ ਨੇ ਨਗਨ ਨਹੀਂ ਭੇਜਿਆ, ਕੱਪੜਾ ਪਾ ਕੇ ਭੇਜਿਆ ਹੈ। ਜਿਹੜਾ ਕੱਪੜਾ ਛੱਡ ਕੇ ਚਲੇ ਜਾਈਦਾ ਹੈ, ਕੱਪੜੇ ਰੂਪ ਸੁਹਾਵਣਾ, ਅੱਗੋਂ ਭਾਵੇਂ ਮਾਂ ਪਿਓ ਨੇ, ਵੱਡਿਆਂ ਨੇ ਜਦੋਂ ਜਨਮ ਹੋਇਆ ਹੈ, ਫਿਰ ਗੱਲ ਕੱਪੜਾ ਆ ਜਿਹੜਾ ਸੂਤਰ ਦਾ ਹੈ, ਕਪਾਹ ਦਾ ਹੈ, ਇਹ ਪਾ ਦਿੱਤਾ ਹੈ ਚੋਲਾ ਗਲ ਵਿੱਚ,
ਪਰ ਮਾਲਿਕ ਨੇ ਵੀ ਚੋਲਾ ਪਾ ਕੇ ਭੇਜਿਆ ਹੈ। ਇਸ ਮਨ ਨੂੰ, ਇਸ ਰੂਹ ਨੂੰ ਨੰਗਾ ਨਹੀਂ ਭੇਜਿਆ। ਜਦੋਂ ਜਨਮ ਹੁੰਦਾ ਹੈ ਉਦੋਂ ਨਗਨ ਦਿਸਦਾ ਹੈ, ਝੱਟ ਕਪੜਾ ਪਾ ਦਿੰਦੇ ਹਨ ਨਵਾ ਧਵਾ ਕੇ। ਲੇਕਿਨ ਜਿਹੜੀ ਵਿੱਚ ਸੋਲ ਹੈ, ਜਿਹੜਾ ਮਨ ਹੈ, ਜਿਹੜਾ ਆਇਆ ਹੈ, ਜਿਹੜਾ ਸਾਰੀ ਉਮਰ ਬੋਲਦਾ ਰਹਿੰਦਾ ਹੈ, ਭੁੱਲਾਂ ਗਲਤੀਆਂ ਕਰਦਾ ਰਹਿੰਦਾ ਹੈ, ਉਹਨੂੰ ਮਾਲਕ ਨੇ ਕੱਪੜਾ ਦੇ ਕੇ ਭੇਜਿਆ ਹੈ। ਕੱਪੜ ਰੂਪ ਵੀ ਦੇ ਕੇ ਭੇਜਿਆ ਹੈ, ਬੜਾ ਸੋਹਣਾ ਸੁੰਦਰ, ਬੜਾ ਸੁਹਾਵਣਾ ਲੱਗਦਾ ਹੈ, ਬਿਊਟੀਫੁਲ ਲੱਗਦਾ ਹੈ। ਲੇਕਿਨ ਜਦੋਂ ਸਾਹਾਂ ਦਾ ਧਾਗਾ ਟੁੱਟ ਜਾਂਦਾ ਹੈ, ਵਾਹਿਗੁਰੂ ਜੀ ਵੱਲੋਂ ਦਿੱਤਾ ਹੋਇਆ ਕੱਪੜਾ ਵੀ ਪਿਆਰਿਓ ਸ਼ਮਸ਼ਾਨ ਭੂਮੀ ਦੇ ਵਿੱਚ ਸੜ ਜਾਂਦਾ ਹੈ, ਜਲ ਜਾਂਦਾ ਹੈ। ਇਹ ਦੁਨੀਆ ਉਹ ਕੱਪੜਾ ਵੀ ਲੈ ਲੈਂਦੀ ਹੈ। ਅਗਨ ਦੇਵਤਾ ਉਸ ਨੂੰ ਲੈ ਲੈਂਦਾ ਹੈ, ਉਸ ਕੱਪੜੇ ਨੂੰ। ਫਿਰ ਨਾਂਗੇ ਜਾਨਾ, ਮਾਲਿਕ ਨੇ ਕਿਹਾ ਸੀ ਇਸ ਕੱਪੜੇ ਨੂੰ ਕੋਈ ਦਾਗ ਨਾ ਲੱਗ ਜਾਵੇ, ਪਾਪ ਅਪਰਾਧ ਦਾ ਕੋਈ ਭੁੱਲ ਨਾ ਹੋ ਜਾਵੇ। ਇਸ ਸਰੀਰ ਨਾਲ ਭਲਾ ਹੀ ਭਲਾ ਕਰਨਾ ਹੈ, ਇਸ ਜ਼ਬਾਨ ਦੇ ਨਾਲ ਸੱਚ ਹੀ ਬੋਲਣਾ ਹੈ, ਸੱਚ ਨਾਲ, ਤਾਂ ਕਿ ਤੂੰ ਜੁੜਿਆ ਰਵੇਂ। ਇਹਨਾਂ ਕੰਨਾਂ ਨਾਲ ਸੱਚ ਸੁਣਨਾ ਹੈ, ਝੂਠ ਨਹੀਂ ਸੁਣਨਾ। ਇਹਨਾਂ ਅੱਖਾਂ ਨਾਲ ਸੱਚੇ ਸਤਿਗੁਰਾਂ ਵੱਲ ਹੀ ਤੱਕਣਾ ਹੈ, ਸੱਚ ਨਾਲ ਹੀ ਪਿਆਰ ਕਰਨਾ ਹੈ। ਇਹ ਕੱਪੜਾ ਕਿਤੇ ਦਾਗੀ ਨਾ ਹੋ ਜਾਵੇ, ਮੈਲਾ ਨਾ ਹੋ ਜਾਵੇ। ਇਹ ਜਿਵੇਂ ਜਿਵੇਂ ਵੱਡਾ ਹੋਇਆ ਹੈ, ਤਿਵੇਂ ਤਿਵੇਂ ਇਸ ਕੱਪੜੇ ਤੇ ਦਾਗ ਪੈ ਗਏ ਹਨ। ਅੰਤ ਤੱਕ ਦਾਗ ਦੋਸ਼ ਮੋਹ ਚੱਲਿਆ ਲਾਏ। ਦਾਗ ਤੇ ਦੋਸ਼ ਜਿੰਨੇ ਵੀ ਲਾਏ ਸਾਰੇ ਲਿਖੇ ਗਏ। ਉਹ ਸਾਰਿਆਂ ਦਾ ਹਿਸਾਬ ਦੇਣਾ ਪੈ ਗਿਆ। ਜਾਣ ਲੱਗਿਆਂ ਇਹ ਦੇਹ ਰੂਪੀ ਕੱਪੜਾ ਵੀ ਨਾਲ ਨਹੀਂ ਗਿਆ। ਲੇਕਿਨ ਵਾਹਿਗੁਰੂ ਜੀ ਨੇ ਕੱਪੜਾ ਦਿੱਤਾ ਸੀ, ਸਰੀਰ ਦਿੱਤਾ ਸੀ। ਇਸ ਸਰੀਰ ਨਾਲ ਕੋਈ ਮੰਦਾ ਕਰਮ ਨਹੀਂ ਕਰਨਾ। ਦੂਰ ਤੱਕ ਸੋਚਣਾ ਹੈ, ਮੰਦਾ ਮੂਲ ਨਾ ਕੀਚਈ। ਦੇ ਲੰਮੀ ਨਦਰ ਨਿਹਾਲੀਏ। ਦੂਰ ਤੱਕ ਐ ਬੰਦਿਆ, ਐ ਬੰਦੀ, ਪਹਿਲਾਂ ਸੋਚ ਲੈਣਾ ਹੈ ਇਹ ਕਰਮ, ਇਹ ਕੰਮ ਕੋਈ ਮੰਦਾ ਤੇ ਨਹੀਂ, ਕੋਈ ਭੈੜਾ ਤੇ ਨਹੀਂ। ਮੇਰੀ ਦੇਹ ਨੂੰ ਕੋਈ ਦਾਗ ਨਾ ਲੱਗ ਜਾਵੇ, ਕਿਉਂਕਿ ਇਹ ਦੇਹ ਮਿਲੀ ਹੈ ਪਰਮੇਸ਼ਰ ਵੱਲੋਂ, ਇਹ ਚੋਲਾ ਮਿਲਿਆ ਹੈ ਪਰਮੇਸ਼ਰ ਵੱਲੋਂ। ਇਹ ਕਮੀਜ਼, ਇਹ ਚੋਲਾ ਜਿਹੜਾ ਪਹਿਨਿਆ ਹੋਇਆ ਹੈ ਮਨ ਨੇ, ਆਤਮਾ ਨੇ, ਇਹ ਵਾਹਿਗੁਰੂ ਜੀ ਵੱਲੋਂ ਮਿਲਿਆ ਹੋਇਆ ਹੈ, ਜਿਹਦਾ ਨਾਮ ਹੈ ਕੱਪੜ। ਅਤੇ ਸੋਹਣਾ ਰੂਪ ਮਿਲਿਆ ਹੈ, ਰੂਪ ਸੁਹਾਵਣਾ ਰੂਪ ਮਿਲਿਆ ਹੈ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਮਣਾ। ਪਿਆਰਿਓ, ਜਿਵੇਂ ਜਿਵੇਂ ਗੁਰਬਾਣੀ ਪੜੋ ਬੜਾ ਗਿਆਨ ਮਿਲਦਾ ਹੈ। ਆਉਂਦਿਆਂ ਜਦ ਤੱਕ ਮਾਂ ਨੇ ਜਨਮ ਨਹੀਂ ਦਿੱਤਾ, ਇਹਦੇ ਤਨ ਦਾ ਚੋਲਾ ਮਾਲਕ ਨੇ ਗਲ ਵਿੱਚ ਪਾ ਕੇ ਭੇਜਿਆ ਹੈ। ਤਾਈਓ ਤੇ ਮਨ ਤਨ ਦੇ ਵਿੱਚ ਰਹਿੰਦਾ ਹੈ, ਕੱਪੜੇ ਵਿੱਚ ਢਕਿਆ ਰਹਿੰਦਾ ਹੈ। 60, 70, 80, 100 ਸਾਲ ਜਿੰਨੀ ਵੀ ਉਮਰ ਹੋਵੇ, ਤੇ ਜਾਣ ਲੱਗਾ ਬਿਨਾਂ ਕੱਪੜਿਆਂ ਤੋਂ ਜਾਂਦਾ ਹੈ। ਹੱਡੀਆਂ ਜਲ ਜਾਂਦੀਆਂ ਹਨ, ਤਨ ਜਲ ਜਾਂਦਾ ਹੈ। ਇਹ ਕੱਪੜਾ ਇੱਥੇ ਹੀ ਖਾਕ ਵਿੱਚ ਮਿਲ ਜਾਂਦਾ ਹੈ। ਕੋਈ ਦੱਬ ਦਿੰਦਾ ਹੈ, ਕੋਈ ਜਲਾ ਦਿੰਦਾ ਹੈ। ਨੰਗਾ ਦੋਜਕ ਚਾਲਿਆ, ਨਰਕਾਂ ਵਿੱਚ ਜਾਂਦਾ ਹੈ ਨੰਗਾ, ਬਿਨਾਂ ਸਰੀਰ ਤੋਂ। ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ। ਬੜਾ ਡਰਾਉਣਾ ਲੱਗਦਾ ਹੈ, ਕਿਉਂਕਿ ਬੋਡੀ ਰੂਪੀ
ਦੇਹ ਰੂਪੀ ਕੱਪੜਾ ਵੀ ਉਸ ਵੇਲੇ ਕੋਲ ਕੋਈ ਨਹੀਂ ਹੁੰਦਾ, ਉਹ ਵੀ ਇਸੇ ਦੁਨੀਆ ਵਿੱਚ ਹੀ ਸੜ ਬਲ ਜਾਂਦਾ ਹੈ। ਇਹ ਬੜੀ ਡੂੰਘੀ ਕਥਾ ਹੈ। ਜਨਮ ਤੋਂ ਬਾਅਦ ਕੱਪੜੇ ਪੈ ਜਾਂਦੇ ਹਨ। ਆਉਣ ਲੱਗਿਆਂ ਇਹ ਚੋਲਾ ਮਿਲਿਆ ਸੀ, ਜਿਹੜਾ ਬੁੱਢਾ ਹੋ ਜਾਂਦਾ ਹੈ, ਪੁਰਾਣਾ ਹੋ ਜਾਂਦਾ ਹੈ, ਭਇਆ ਪੁਰਾਣਾ ਚੋਲਾ। ਜਿੱਦਾਂ ਚੋਲਾ ਹੁੰਦਾ ਹੈ, ਚੋਲਾ ਕਮੀਜ਼ ਨੂੰ ਕਹਿੰਦੇ ਹਨ, ਇਹ ਚੋਲਾ ਪੁਰਾਣਾ ਹੋ ਜਾਂਦਾ ਹੈ, ਉਦੋਂ ਤੱਕ ਵੀ ਨਹੀਂ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਜੇ ਜਪਦਾ ਹੈ ਤੇ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ। ਕੱਲ ਆਪਾਂ ਪੜ੍ਹ ਰਹੇ ਸੀ ਜਨਮ ਸਾਖੀ ਦੇ ਵਿੱਚੋਂ ਫਕੀਰਾਂ ਦੇ ਕਿਹੜੇ ਕਿਹੜੇ ਲੱਛਣ ਹਨ। ਟੋਪੀ ਕਹਿੰਦੀ ਹੈ, ਉਹਦੇ ਵਿੱਚੋਂ ਆਵਾਜ਼ ਸ਼ਾਹ ਸਰਫ ਪੁੱਛਦਾ ਹੈ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਿਹੜੇ ਕਿਹੜੇ ਲੱਛਣ ਹਨ। ਆ ਜਿਹੜੇ ਫਕੀਰ ਕੱਪੜੇ ਪਾਉਂਦੇ ਹਨ, ਡੰਡੇ ਲਈ ਫਿਰਦੇ ਹਨ, ਖੱਫਣੀਆਂ ਗਲ ਵਿੱਚ ਪਾਈ ਫਿਰਦੇ ਹਨ, ਚਿੱਪੀਆਂ ਹੱਥ ਵਿੱਚ ਫੜੀਆਂ ਹੋਈਆਂ ਹਨ। ਸਤਿਗੁਰ ਜੀ, ਅਸਲ ਫਕੀਰੀ ਕਿਹੜੀ ਹੈ? ਉਹ ਆਪ ਜੀ ਨੇ ਕੱਲ ਸਰਵਣ ਕਰ ਲਿਆ ਹੈ। ਮੇਰਾ ਖਿਆਲ ਹੈ 5035 HK ਐਪੀਸੋਡ ਸੀ 5035, ਜਿਹਦੇ ਵਿੱਚ ਸ਼ਾਹ ਸਰਫ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਹਨ। ਸ਼ਾਹ ਸਰਫ ਵੀ ਬੜਾ ਪਿਆਰ ਕਰਦਾ ਹੈ, ਸਤਿਗੁਰ ਜੀ ਮੇਰਾ ਮਨ ਪ੍ਰਸੰਨ ਹੋ ਗਿਆ ਹੈ ਤੁਸਾਂ ਦੇ ਬਚਨ ਸੁਣ ਸੁਣ ਕੇ। ਸਤਿਗੁਰਾਂ ਨੇ ਸਾਰਾ ਦੱਸਿਆ ਕਿ ਸ਼ਾਹ ਸਰਫ ਟੋਪੀ ਪੁੱਠੀ ਪਾਉਂਦੇ ਹਨ ਫਕੀਰ। ਟੋਪੀ ਵੀ ਕਹਿ ਦਿੰਦੀ ਹੈ, ਐ ਫਕੀਰ ਬਣਨ ਵਾਲਿਆ, ਮੈਂ ਤੇਰੇ ਸਿਰ ਤੇ ਪਾਈ ਹੋਈ ਹਾਂ, ਮੈਂ ਸਿੱਧੀ ਨਹੀਂ, ਮੈਂ ਪੁੱਠੀ ਹਾਂ। ਜੇ ਤੇਰਾ ਦੁਨੀਆ ਤੋਂ ਮਨ ਭਰ ਗਿਆ ਹੈ ਤਾਂ ਮੈਨੂੰ ਪਾਵੀਂ, ਨਹੀਂ ਤੇ ਲਾ ਕੇ ਰੱਖ ਦੇ। ਅੱਜ ਵੀ ਜਦੋਂ ਕੋਈ ਮਰ ਜਾਂਦਾ ਹੈ, ਪੁਲਿਸ ਸਟੇਸ਼ਨਾਂ ਤੇ ਐਨੀਵੇਅਰ ਝੱਟ ਟੋਪੀ ਲਾ ਦਿੰਦੇ ਹਨ ਸਿਰ ਤੋਂ। ਝੱਟ ਤੁਸਾਂ ਤੱਕਿਆ ਹੋਵੇਗਾ, ਟੋਪੀ ਲਾ ਦਿੰਦੇ ਹਨ ਕਿ ਇਹ ਖਾਲੀ ਹੋ ਗਿਆ, ਚਲਾ ਗਿਆ, ਸਭ ਕੁਝ ਛੱਡ ਛਡਾ ਗਿਆ ਦੁਨੀਆ ਤੇ। ਇਹ ਟੋਪੀ ਲੈਂਦੀ ਤੁਸੀਂ ਹੱਥਾਂ ਨਾਲ ਦੇਖੀ ਹੋਵੇਗੀ। ਜਿਹੜੇ ਪੁਲਿਸ ਵਾਲੇ ਭੈਣ ਭਰਾ ਹਨ, ਵੱਡੇ ਵੱਡੇ ਅਫਸਰ ਵੀ ਹੋਣ, ਉਹ ਵੀ ਟੋਪੀ ਲਾ ਕੇ ਹੱਥ ਵਿੱਚ ਫੜ ਲੈਂਦੇ ਹਨ। ਅੱਜ ਇਹ ਖਾਲੀ ਹੋ ਗਿਆ। ਬਸ ਉਹਨਾਂ ਕੀ ਭਰਿਆ ਹੋਇਆ ਹੈ ਜਿਨ੍ਹਾਂ ਨਾਮ ਜਪਿਆ ਹੈ, ਸਿਮਰਨ ਕੀਤਾ ਹੈ, ਬੰਦਗੀ ਕੀਤੀ ਹੈ, ਵਾਹਿਗੁਰੂ ਜੀ ਨੂੰ, ਆਪਣੇ ਖੁਦਾ ਨੂੰ ਯਾਦ ਕੀਤਾ ਹੈ। ਇਹ ਸਾਰੀਆਂ ਗੱਲਾਂ ਜਿਹੜੇ ਸਵਾਲ ਜਵਾਬ ਸਨ ਸ਼ਾਹ ਸਰਫ ਨਾਲ, ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਪ ਜੀ ਨੇ ਕੱਲ ਸਰਵਣ ਕੀਤੇ ਹਨ। ਡੰਡੇ ਦਾ ਵੀ ਸਰਵਣ ਕੀਤਾ ਹੈ। ਐ ਫਕੀਰ, ਜੇ ਤੇਰਾ ਡੰਡਾ ਬੋਲਦਾ ਹੈ, ਉਹਨੂੰ ਫੌੜੀ ਕਹਿੰਦੇ ਹਨ। ਜੇ ਤੇਰਾ ਮਨ ਮੇਰੇ ਵਰਗਾ ਸਿੱਧਾ ਹੋ ਗਿਆ ਹੈ ਤਾਂ ਮੈਨੂੰ ਚੁੱਕੀ ਫਿਰ, ਨਹੀਂ ਤੇ ਕਿਉਂ ਐਵੇਂ ਮੈਨੂੰ ਤੰਗ ਕਰਦਾ ਹੈ? ਰੱਖ ਛੱਡ ਕਿਤੇ, ਕਿਉਂ ਐਵੇਂ ਦੂਜਿਆਂ ਨੂੰ ਡਰਾਉਂਦਾ ਫਿਰਦਾ ਹੈ? ਜੇ ਤੂੰ ਅਸਲ ਫਕੀਰੀ ਧਾਰਨ ਕੀਤੀ ਹੈ, ਮਨ ਸਿੱਧਾ ਕਰ ਲਿਆ ਹੈ, ਤਾਂ ਇਸ ਡੰਡੇ ਨੂੰ, ਭਾਵ ਫੌੜੀ ਕਹਿਣ ਲੱਗੀ, ਡੰਡਾ ਜਿਹੜਾ ਸੀ ਪਹਿਲਾ ਪੁਰਾਤਨ ਜਨਮ ਸਾਖੀ ਵਿੱਚ ਨਾਮ ਫੌੜੀ ਹੈ। ਜੇ ਦਾਸਰਾ ਉਸੇ ਤਰ੍ਹਾਂ ਕਥਾ ਕਰਦਾ ਜਾਵੇ ਤੇ ਮਹਿੰਗੀ ਹੈ, ਔਖੀ ਹੈ ਜਨਮ ਸਾਖੀ ਦੀ ਜਿਹੜੀ ਬੋਲੀ ਹੈ, ਸਾਰਿਆਂ ਨੂੰ ਛੇਤੀ ਸਮਝ ਨਹੀਂ ਪੈ ਸਕਦੀ। ਇਸ ਕਰਕੇ ਦਾਸਰਾ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ UK ਤੋਂ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚੋਂ ਕਥਾ ਕਰਦਾ ਜਾ ਰਿਹਾ ਹੈ। ਜੋ ਲਿਖਿਆ ਹੈ ਜਨਮ ਸਾਖੀ ਵਿੱਚ, ਉਹਨੂੰ ਠੇਠ ਬੋਲੀ ਵਿੱਚ, ਗੁਰਮੁਖੀ ਵਿੱਚ ਆਪ ਸੰਗਤਾਂ ਤੱਕ ਸੁਣਾ ਰਿਹਾ ਹੈ, ਤਾਂ ਕਿ ਕੋਈ ਸ਼ਬਦ, ਕਿਉਂਕਿ ਜਿਹੜੀ ਉਸ ਸਮੇਂ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ, ਉਹਦੀ ਅੱਜ ਵੀ ਲੋੜ ਹੈ। ਅੱਜ ਵੀ ਲੋੜ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਦੀ, ਕਿਉਂਕਿ ਜਨਮ ਸਾਖੀ ਦੇ ਵਿੱਚ ਬਹੁਤ ਸਾਰੇ ਸ਼ਬਦ ਵੀ ਆ ਜਾਂਦੇ ਹਨ ਗੁਰਬਾਣੀ ਦੇ,
ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਹੈ। ਭਾਈ ਬਾਲਾ ਜੀ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਿੱਥੇ ਜਿੱਥੇ ਗਏ ਹਨ, ਜਿਨ੍ਹਾਂ ਜਿਨ੍ਹਾਂ ਦਾ ਭਲਾ ਕੀਤਾ ਹੈ, ਜਿਨ੍ਹਾਂ ਜਿਨ੍ਹਾਂ ਨੂੰ ਰੱਬ ਨਾਲ, ਖੁਦਾ ਨਾਲ, ਵਾਹਿਗੁਰੂ ਨਾਲ ਜੋੜਿਆ ਹੈ, ਉਹ ਬਚਨ ਸਾਰੇ ਭਾਈ ਬਾਲਾ ਜੀ ਨੇ ਜਿਹੜੇ ਚਵਰ ਕਰਿਆ ਕਰਦੇ ਸਨ, ਭਾਈ ਬਾਲਾ ਜੀ ਸੰਧੂ, ਉਹਨਾਂ ਨੇ ਦੱਸੇ। ਪੈੜਾ ਮੋਖਾ ਸੁਲਤਾਨਪੁਰ ਵਾਲਿਆਂ ਨੇ ਲਿਖੇ ਹਨ, ਜਿਹਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ। ਦਾਸ ਦੇ ਹੱਥ ਵਿੱਚ ਭਾਈ ਜਵਾਹਰ ਸਿੰਘ, ਕਿਰਪਾਲ ਸਿੰਘ, ਉਹਨਾਂ ਦੀ ਫਰਮ ਦੀ ਇਹ ਪ੍ਰਿੰਟਿੰਗ ਕੀਤੀ ਹੋਈ ਜਨਮ ਸਾਖੀ ਹੈ। ਨਾਮ ਤਾਂ ਦਾਸ ਦੱਸਦਾ ਹੈ, ਤੁਸੀਂ ਹੋਰ ਕੋਈ ਜਨਮ ਸਾਖੀ ਖੋਲ ਕੇ ਬੈਠੇ ਹੋਵੋ ਤੇ ਜਿਹੜਾ ਪੇਜ ਨੰਬਰ ਦਾਸ ਦੱਸੇਗਾ ਉਹ ਕਈ ਵਾਰੀ ਮੇਲ ਨਹੀਂ ਖਾਂਦਾ। ਬੜੇ ਸਵਾਲ ਜਵਾਬ ਸਤਿਗੁਰਾਂ ਨੇ ਦੱਸਿਆ ਕਿ ਖੱਫਣੀ ਕਹਿੰਦੀ ਹੈ, ਮੁਰਦਿਆਂ ਦੇ ਗਲ ਵਿੱਚ ਮੈਂ ਪੈਂਦੀ ਹਾਂ। ਐ ਫਕੀਰ, ਜੇ ਤੂੰ ਮੁਰਦਾ ਹੋਏ ਮੁਰੀਦ ਗਲੀ ਜੋਮਣਾ, ਜੇ ਤੂੰ ਮੁਰੀਦ ਬਣ ਗਿਆ ਹੈ, ਤੇਰਾ ਮਨ ਜੁੜ ਗਿਆ ਹੈ ਆਪਣੇ ਸਤਿਗੁਰੂ ਵੱਲ, ਅਕਾਲ ਪੁਰਖ ਜੀ ਵੱਲ, ਰੱਬ ਵੱਲ, ਖੁਦਾ ਵੱਲ, ਤਾਂ ਮੈਨੂੰ ਗੱਲ ਵਿੱਚ ਪਾਈ, ਨਹੀਂ ਤੇ ਲਾ ਕੇ ਰੱਖ ਦੇ। ਐਵੇਂ ਕਿਉਂ ਲਟਕਾਈ ਫਿਰਦਾ ਹੈ ਗੱਲ ਵਿੱਚ। ਇਹ ਸਾਖੀ ਕੱਲ ਆਪ ਜੀ ਨੇ ਸਰਵਣ ਕਰ ਲਈ ਸੀ। ਹੋਰ ਵੀ ਭਾਂਡੇ ਹੱਥ ਵਿੱਚ ਹੁੰਦੇ ਹਨ, ਭਰ ਜਾਂਦੇ ਹਨ ਆਟੇ ਨਾਲ, ਲੇਕਿਨ ਉਹਦਾ ਮੂੰਹ ਥੱਲੜੇ ਪਾਸੇ ਤੋਂ ਖੁੱਲਦਾ ਹੈ। ਉਹਦਾ ਵੀ ਉਹ ਵੀ ਆਵਾਜ਼ ਦੇਣ ਲੱਗੀ। ਜਨਮ ਸਾਖੀ ਦਾ ਅੰਗ ਹੈ 129, 129, ਤੁਸੀਂ ਘਰ ਵੀ ਪੜ੍ਹਿਆ ਕਰੋ। ਉਹਦੇ ਵਿੱਚੋਂ ਵੀ ਆਵਾਜ਼ ਆਈ ਸ਼ਾਹ ਸਰਫ ਕਿ ਮੈਂ ਭਰ ਵੀ ਜਾਵਾਂ, ਜਦੋਂ ਕੰਢਿਆਂ ਤੱਕ ਮੈਂ ਭਰ ਜਾਵਾਂਗੀ, ਆਟਾ ਭਰ ਜਾਵੇਗਾ, ਉਮਰ ਦੇ ਦਿਨ ਮੁੱਕ ਜਾਣਗੇ, ਇਹ ਸਾਰਾ ਕੁਝ ਆਟਾ ਵਗੈਰਾ ਵਗ ਜਾਵੇਗਾ। ਬੰਦੇ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੈ, ਜਿੰਨਾ ਮਰਜ਼ੀ ਭਰ ਜਾਵੇ, ਜਿੰਨੇ ਮਰਜ਼ੀ ਮਹਿਲ ਮਾੜੀਆਂ ਉੱਚੀਆਂ ਹੋ ਜਾਣ, ਪਰ ਇਹ ਨੀਵਾਂ ਹੋ ਜਾਵੇਗਾ। ਮਹਿਲ ਵੱਡੇ ਹੋ ਜਾਣਗੇ, ਘਰ ਵੱਡੇ ਹੋ ਜਾਣਗੇ, ਦੌਲਤਾਂ ਬੜੀਆਂ ਉੱਚੀਆਂ ਉੱਚੀਆਂ ਹੋ ਜਾਣਗੀਆਂ, ਵੱਡੀਆਂ ਹੋ ਜਾਣਗੀਆਂ, ਪਰ ਬੰਦਾ ਛੋਟਾ ਹੋ ਜਾਵੇਗਾ, ਉਮਰ ਘਟ ਜਾਵੇਗੀ। ਜਿਸ ਦਿਨ ਇਹ ਭਰ ਜਾਂਦੀ ਹੈ, ਇਹਦਾ ਢੱਕਣ ਥੱਲੇ ਲੱਗਾ ਹੋਇਆ ਹੈ, ਸਾਰਾ ਕੁਝ ਵਗ ਜਾਂਦਾ ਹੈ, ਇਕੱਠਾ ਕੀਤਾ ਕਤਾਇਆ ਦਰ ਦਰ ਤੇ ਜਾ ਕੇ। ਇਹੋ ਹਾਲ ਬੰਦੇ ਦਾ ਹੈ। ਇਹ ਸਿੱਖਿਆ ਦਿੰਦੀ ਹੈ, ਜੇ ਤਾਂ ਤੈਨੂੰ ਇਹ ਸਮਝ ਲੱਗ ਗਈ ਹੈ ਤਾਂ ਤੂੰ ਮੈਨੂੰ ਹੱਥ ਵਿੱਚ ਫੜ, ਨਹੀਂ ਤੇ ਕਿਉਂ ਚੁੱਕੀ ਫਿਰਦਾ ਹੈ, ਮੈਨੂੰ ਭਾਂਡੇ ਨੂੰ ਇੱਕ ਜਗ੍ਹਾ ਰੱਖ ਦੇ। ਇਸ ਪ੍ਰਕਾਰ ਸੇਲੀ ਨੇ ਵੀ ਆਖਿਆ ਕਿ ਮੈਂ ਪਰੋਈ ਹੋਈ ਹਾਂ, ਮੈਨੂੰ ਤੂੰ ਗਲ ਵਿੱਚ ਪਾਈ ਫਿਰਦਾ ਹੈ। ਜੇ ਤਾਂ ਤੇਰਾ ਮਨ ਖੁਦਾ ਵੱਲ ਜੁੜ ਗਿਆ ਹੈ, ਖਿੱਚਿਆ ਗਿਆ ਹੈ ਰੱਬ ਵੱਲ, ਅਕਾਲ ਪੁਰਖ ਵਾਹਿਗੁਰੂ ਵੱਲ, ਸੇਲੀ ਕਹਿਣ ਲੱਗੀ, ਤਾਂ ਤੂੰ ਮੈਨੂੰ ਗਲ ਵਿੱਚ ਪਾ, ਨਹੀਂ ਤੇ ਲਾ ਕੇ ਰੱਖ ਦੇ। ਜਿੱਧਰ ਤੇਰੇ ਗੁਰੂ ਦਾ ਹੁਕਮ ਹੈ, ਤੇਰੇ ਮੁਰਸ਼ਿਦ ਦਾ ਹੁਕਮ ਹੈ, ਜੇ ਤਾਂ ਤੂੰ ਉਧਰ ਹੁਕਮ ਵਿੱਚ ਰਹਿੰਦਾ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਵਿੱਚ ਸਨ, ਆਗਿਆ ਵਿੱਚ ਸਨ, ਤਾਂ ਮੈਨੂੰ ਗੱਲ ਵਿੱਚ ਪਾ, ਜੇ ਤੂੰ ਆਗਿਆ ਵਿੱਚ ਰਹਿੰਦਾ ਹੈ, ਨਹੀਂ ਤਾਂ ਲਾ ਕੇ ਰੱਖ ਦੇ, ਕਿਉਂ ਗੱਲ ਵਿੱਚ ਪਾਈ ਫਿਰਦਾ ਹੈ। ਇਸ ਪ੍ਰਕਾਰ ਬੜਾ ਕੁਝ ਸੱਚੀ ਫਕੀਰੀ ਜਿਹੜੀ ਸੀ, ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੇ ਜਿੰਨੇ ਲੱਛਣ ਸਨ, ਉਹ ਸਾਰੇ ਸ਼ਾਹ ਸਰਫ ਨੂੰ ਦੱਸੇ। ਤੇ ਸ਼ਾਹ ਸਰਫ ਨੂੰ ਕਹਿਣ ਲੱਗੇ, ਇਹ ਚੀਜ਼ਾਂ ਜਿੰਨੀਆਂ ਵੀ ਫਕੀਰ ਦੀਆਂ ਹਨ, ਇਹ ਕਹਿੰਦੀਆਂ ਹਨ, ਜੇ ਤੂੰ ਇਹਨਾਂ ਤੇ ਪੂਰਾ ਹੈ ਤਾਂ ਸਾਨੂੰ ਗੱਲ ਵਿੱਚ ਪਾ, ਭਾਵੇਂ ਕਫਨੀ ਹੋਵੇ। ਕਹਿਣ ਲੱਗੀ, ਕਫਨੀ? ਕਿ ਮੈਂ ਤੇ ਮੁਰਦੇ ਦਾ ਕਫਨ ਹਾਂ। ਜੇ ਤੂੰ ਮਨ ਨੂੰ ਮਾਰ ਲਿਆ ਹੈ, ਗੁਰਬਾਣੀ ਦੇ ਹੁਕਮ ਹਨ, ਮਨ ਮਾਰੇ ਬਿਨ ਭਗਤ ਨ ਹੋਈ, ਤਾਂ ਮੈਨੂੰ ਪਾ, ਨਹੀਂ ਤਾਂ ਮੈਂ ਤਾਂ ਮੁਰਦੇ ਦਾ ਕੱਪੜਾ ਹਾਂ, ਕਫਨ ਹਾਂ। ਐਵੇਂ ਤੂੰ ਕਿਉਂ ਗੱਲ ਵਿੱਚ ਲਟਕਾਈ ਫਿਰਦਾ ਹੈ? ਬੜਾ ਗਿਆਨ ਦਿੱਤਾ। ਜਿਵੇਂ ਜਿਵੇਂ ਸ਼ਾਹ ਸਰਫ ਨੇ ਸੁਣਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਸੋਂ ਵਾਹ ਵਾਹ ਕਹਿਣ ਲੱਗ ਪਿਆ। ਧੰਨ ਗੁਰੂ ਨਾਨਕ ਦੇਵ ਜੀ, ਤੁਸੀਂ ਵਾਹ ਹੋ।
ਬਾਬਾ ਜੀ ਤੁਸੀਂ ਵਾਹ ਹੋ, ਸਤਿਗੁਰੂ ਜੀ ਤੁਸੀਂ ਵਾਹ ਹੋ। ਵਾਹ ਵਾਹ ਕਰ ਉੱਠਿਆ ਸ਼ਾਹ ਸਰਫ। ਸਤਿਗੁਰਾਂ ਨੇ ਉਹਨੂੰ ਨਿਹਾਲ ਕੀਤਾ ਬਚਨ ਕਰ ਕਰਕੇ। ਉਹਨੇ ਵੀ ਕਿਹਾ ਸਤਿਗੁਰੂ ਜੀ ਮੈਂ ਨਿਹਾਲ ਹੋਇਆ, ਮੈਂ ਬੜਾ ਪ੍ਰਸੰਨ ਹੋਇਆ। ਇੰਜ ਹੀ ਬਾਬਾ ਸ਼ੇਖ ਫਰੀਦ ਜੀ ਹਨ, ਇੰਜ ਹੀ ਹੋਰ ਵੀ ਬਹੁਤ ਸਾਰੇ ਹਨ। ਜਨਮ ਸਾਖੀ ਦੇ ਅੰਗ 130 ਤੇ ਗੋਰਖ ਦਾ ਨਾਮ ਵੀ ਆਇਆ ਹੈ, ਰਾਜੇ ਭਰਥਰੀ ਦਾ ਨਾਮ ਵੀ ਆਇਆ ਹੈ। ਰਾਜੇ ਭਰਥਰੀ ਦੇ ਸ਼ਬਦ ਵੀ ਹਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਬੜੇ ਸਵਾਲ ਜਵਾਬ ਕੀਤੇ, ਜਿਵੇਂ ਜਿਵੇਂ ਮਨ ਟਿਕਦਾ ਗਿਆ, ਘਟਦਾ ਗਿਆ ਸਵਾਲ ਕਰਨ ਤੋਂ। ਸਤਿਗੁਰਾਂ ਜੋਗਾ ਹੀ ਹੋ ਗਿਆ, ਧੰਨ ਗੁਰੂ ਨਾਨਕ ਸਾਹਿਬ ਜੋਗਾ ਹੀ ਹੋ ਗਿਆ। ਜਿਵੇਂ ਭਾਈ ਜੋਗਾ ਸਿੰਘ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜੋਗੇ ਹੋ ਗਏ। ਫਕੀਰੀ ਦੇ ਲੱਛਣ ਦੱਸੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਧਰੇ ਹਾਜੀਆਂ ਦੀ ਮਜਲਿਸ ਸੀ, ਇਕੱਠੇ ਹੋਏ ਸਨ। ਇਥੋਂ ਸ਼ਾਹ ਸਰਫ ਜਿਹੜਾ ਸੀ ਉਹ ਵਿਦਿਆ ਹੋ ਗਿਆ। ਨਮਸਕਾਰ ਕਰਕੇ ਵਾਹ ਵਾਹ ਕਰਦਾ ਚਲਾ ਗਿਆ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਦੱਸ ਰਹੇ ਹਨ ਕਿ ਸਤਿਗੁਰੂ ਜੀ ਮੈਂ ਤੇ ਭਾਈ ਮਰਦਾਨਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਉੱਠ ਕੇ ਕੁਝ ਹਾਜੀ ਸਨ, ਉਹਨਾਂ ਦੇ ਕੋਲ ਚਲੇ ਗਏ। ਉਹਨਾਂ ਦੇ ਕੋਲ ਜਾ ਬੈਠੇ। ਉਹਨਾਂ ਨੂੰ ਵੀ ਪਤਾ ਸੀ ਕਿ ਇਹ ਸ਼ਾਹ ਸਰਫ ਦੇ ਕੋਲ ਰਹਿ ਕੇ ਆਏ ਹਨ। ਸ਼ਾਹ ਸਰਫ ਦੇ ਨਾਲ ਇਹਨਾਂ ਦੀ ਗੱਲਬਾਤ ਫਕੀਰੀ ਦੀ ਹੋਈ ਹੈ। ਉਹਨਾਂ ਨੇ ਵੀ ਬੜਾ ਕੁਝ ਦੱਸਿਆ। ਪੁੱਛਣ ਲੱਗੇ ਕਿ ਆਪ ਗੁਰੂ ਹੋ, ਪੀਰ ਹੋ। ਅਸੀਂ ਵੀ ਰੋਜ਼ ਪੜ੍ਹਦੇ ਹਾਂ, ਜਾਹਰ ਪੀਰ ਜਗਤ ਗੁਰ ਬਾਬਾ, ਕੁਦਰਤ ਕਿਸ ਦੀ ਕਰੇ ਜਵਾਬਾ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦੇ ਸ਼ਬਦ ਸੱਚਖੰਡ ਹਰਮੰਦਰ ਸਾਹਿਬ ਜੀ ਦੇ ਵਿੱਚ ਵੀ ਰਾਗੀ ਸਿੰਘ ਪੜ੍ਹਿਆ ਕਰਦੇ ਹਨ। ਜਾਹਰ ਪੀਰ ਜਗਤ ਗੁਰ ਬਾਬਾ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਸਾਰੇ ਜਗਤ ਦੇ ਗੁਰੂ ਹਨ। ਜਗਤ ਗੁਰੂ ਗੁਰੂ ਨਾਨਕ ਦੇਵ। ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਦੋਂ ਵੀ ਆਪ ਜੀ ਕਥਾ ਸਰਵਣ ਕਰਦੇ ਹੋ, ਦਾਸਰਾ ਵਿੱਚੋਂ ਚੁਣ ਚੁਣ ਕੇ ਕਥਾ ਕਰਦਾ ਹੈ, ਜਿਹਦੇ ਨਾਲ ਮਨ ਨੂੰ ਗਿਆਨ ਮਿਲੇ। ਕਿਉਂਕਿ ਅੱਜ ਗਿਆਨ ਦੀ ਬੜੀ ਲੋੜ ਹੈ। ਕਿਹੜੇ ਗਿਆਨ ਦੀ ਲੋੜ ਹੈ? ਜਿਹੜਾ ਗਿਆਨ ਸਤਿਗੁਰਾਂ ਨੇ ਉਸ ਵੇਲੇ ਸੰਸਾਰ ਦੇ ਜੀਆਂ ਨੂੰ ਦਿੱਤਾ ਅਤੇ ਰੱਬ ਨਾਲ, ਖੁਦਾ ਨਾਲ, ਵਾਹਿਗੁਰੂ ਜੀ ਦੇ ਨਾਲ ਜੋੜਿਆ। ਕਿਉਂਕਿ ਅੱਜ ਮਨ ਨਹੀਂ ਜੁੜ ਰਿਹਾ, ਅੱਜ ਮਨ ਖਿਲਰਿਆ ਪਿਆ ਹੈ। ਜ਼ਿੰਦਗੀਆਂ ਲੰਘ ਜਾਂਦੀਆਂ ਹਨ, ਕੁਝ ਪੱਲੇ ਨਹੀਂ ਪੈਂਦਾ। ਰੱਬ ਵੱਲ ਨਹੀਂ ਜੁੜਿਆ ਜਾਂਦਾ, ਰੱਬ ਵੱਲ ਨਹੀਂ ਜੁੜਿਆ ਜਾਂਦਾ। ਉਮਰਾਂ ਮੁੱਕ ਜਾਂਦੀਆਂ ਹਨ, ਬਚਪਨ ਤੋਂ ਜਵਾਨੀਆਂ ਚਲੀਆਂ ਜਾਂਦੀਆਂ ਹਨ, ਬੁਢੇਪੇ ਆ ਜਾਂਦੇ ਹਨ, ਉਹ ਵੀ ਆ ਕੇ ਚਲੇ ਜਾਂਦੇ ਹਨ, ਪਰ ਰੱਬ ਦਾ ਦਰ ਘਰ ਨਹੀਂ ਮਿਲਦਾ। ਇਸ ਕਰਕੇ ਦਾਸਰੇ ਨੇ ਇਹ ਜਨਮ ਸਾਖੀ ਦੀ ਕਥਾ ਸ਼ੁਰੂ ਕੀਤੀ ਹੈ, ਕਿਉਂਕਿ ਇਹਦੇ ਵਿੱਚ ਗਿਆਨ ਬੜਾ ਹੈ। ਉਸ ਵੇਲੇ ਸਤਿਗੁਰੂ ਜੀ ਨੇ ਕਿੱਥੇ ਕਿੱਥੇ, ਜਿੱਥੇ ਜਿੱਥੇ ਵੀ ਗਏ ਹਨ, ਉਹਨਾਂ ਨੂੰ ਗਿਆਨ ਦਿੱਤਾ, ਰੱਬ ਨਾਲ ਜੋੜਿਆ। ਅੱਜ ਵੀ ਜੇ ਅਸੀਂ ਸੁਣਾਂਗੇ, ਅੱਜ ਵੀ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ। ਨਾਨਕ ਗੁਰੂ, ਗੁਰੂ ਹੈ ਪੂਰਾ, ਪੂਰੇ ਗੁਰੂ ਮੰਨਦੇ ਹਾਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਹੜੇ ਗਿਆਨ ਉਹਨਾਂ ਲੋਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ ਕੀਤੇ, ਭਾਵੇਂ ਕੋਈ ਵੀ ਸੀ, ਆਪਾਂ ਕੀ ਲੈਣਾ ਹੈ? ਉਹਨਾਂ ਦੇ ਨਾਮ ਖੋਲ ਖੋਲ ਕੇ ਦੱਸਣ ਨਾਲੋਂ ਆਪਾਂ ਗਿਆਨ ਲੈ ਲਈਏ ਵਿੱਚੋਂ। ਜਿਹੜਾ ਗਿਆਨ ਉਹਨਾਂ ਨੂੰ ਦਿੱਤਾ ਸੀ, ਉਸ ਗਿਆਨ ਨੂੰ ਅਸੀਂ ਆਪਣੇ ਮਨ ਤੇ ਵਸਾ ਕੇ ਅਸੀਂ ਵਾਹਿਗੁਰੂ ਜੀ ਨਾਲ, ਸਤਨਾਮ ਜੀ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜ ਜਾਈਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਉਹਨਾਂ ਦੀ ਵੀ ਬੜੀ ਵਾਰਤਾਲਾਪ ਹੋਈ। ਉਹ ਵੀ ਬੜੇ ਪ੍ਰਸੰਨ ਹੋਏ ਸਤਿਗੁਰੂ ਜੀ ਦੇ ਬਚਨ ਸੁਣ ਸੁਣ ਕੇ। ਸਾਰਿਆਂ ਦੇ ਮਨ
ਸਤਿਗੁਰੂ ਜੀ ਨੇ ਜਾਣ ਲਏ ਕਿ ਇਹਨਾਂ ਦੇ ਮਨ ਵਿੱਚ ਕੀ ਹੈ, ਕਿਉਂਕਿ ਅੰਤਰਜਾਮੀ ਸਭ ਵਿਦ ਜਾਣੈ, ਜੋ ਜੋ ਵੀ ਕਿਸੇ ਦੇ ਮਨ ਵਿੱਚ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਜਾਣੀ ਜਾਣ ਸਨ। ਜਿਵੇਂ ਚੌਪਈ ਸਾਹਿਬ ਜੀ ਦੇ ਵਿੱਚ ਹੁਕਮ ਹਨ, ਘਟ ਘਟ ਕੇ ਪਟ ਪਟ ਕੀ ਜਾਣੈ। ਜੋ ਕਿਸੇ ਘਟ ਵਿੱਚ ਹਿਰਦੇ ਵਿੱਚ ਵਰਤ ਰਿਹਾ ਹੈ, ਜੋ ਸੋਚ ਚੱਲ ਰਹੀ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਜੋ ਕਿਸੇ ਦੇ ਅੰਤਰ ਹੈ, ਆਤਮਾ ਵਿੱਚ ਮਨ ਵਿੱਚ ਹੈ, ਉਹ ਸਤਿਗੁਰੂ ਜਾਣੀ ਜਾਣ ਹਨ। ਉਹ ਬੁੱਝ ਲੈਂਦੇ ਸਨ, ਇਕੱਠੇ ਹੋ ਕੇ ਤੇ ਬੈਠੇ ਨੇ, ਇਹਨਾਂ ਦੇ ਵੱਖਰਿਆਂ ਵੱਖਰਿਆਂ ਸਾਰਿਆਂ ਦੇ ਮਨ ਵਿੱਚ ਕਿਹੜੀ ਕਿਹੜੀ ਸੋਚ ਚੱਲ ਰਹੀ ਹੈ। ਸਤਿਗੁਰਾਂ ਨੇ ਉੱਥੇ ਹਾਜ਼ਰਨਾਮਾ ਉਚਾਰਨ ਕੀਤਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹੈ, ਲੇਕਿਨ ਜਿਹੜੀ ਪ੍ਰਿੰਟਡ ਜਨਮ ਸਾਖੀ ਹੈ ਭਾਈ ਬਾਲਾ ਜੀ ਵਾਲੀ, ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਫਰਮ ਦੀ ਜਿਹੜੀ ਜਨਮ ਸਾਖੀ ਛਪੀ ਹੋਈ ਹੈ, ਉੱਥੋਂ ਦਾ ਆਸਰਾ ਕਥਾ ਆਪ ਜੀ ਨੂੰ ਪੜ੍ਹ ਕੇ ਸੁਣਾ ਰਿਹਾ ਹੈ। ਨਾਮ ਮੈਨੂੰ ਤਾਂ ਦੱਸਣਾ ਪੈਂਦਾ ਹੈ, ਜੇ ਤੁਸੀਂ ਘਰ ਖੋਲੋਗੇ ਤਾਂ ਹੀ ਉਹ ਪੇਜ ਮਿਲੇਗਾ 131, ਜੇ ਉਹੀ ਉਹ ਜਨਮ ਸਾਖੀ ਹੋਵੇਗੀ। ਜੇ ਕੋਈ ਹੋਰ ਹੋਵੇਗੀ ਤਾਂ ਸਾਖੀਆਂ ਅੱਗੇ ਪਿੱਛੇ ਪ੍ਰਿੰਟਡ ਹਨ, ਵੱਖ ਵੱਖ ਫਾਰਮਾਂ ਦੀਆਂ। ਸਤਿਗੁਰਾਂ ਨੇ ਆਖਿਆ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਧਿਆਨ ਦਿਓ, ਆਪਣਾ ਮਨ ਹਾਜ਼ਰ ਕਰੋ ਖੁਦਾ ਵੱਲ, ਰੱਬ ਵੱਲ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲਿਹੋ, ਆਪਣੇ ਦਿਲ ਨੂੰ ਸਾਫ਼ ਕਰੋ, ਦਿਲੋਂ ਮੁਹੱਬਤ ਕਰੋ ਰੱਬ ਦੇ ਨਾਲ, ਖੁਦਾ ਦੇ ਨਾਲ, ਵਾਹਿਗੁਰੂ ਜੀ ਦੇ ਨਾਲ। ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਸਤਿਗੁਰਾਂ ਨੇ ਹੁਕਮ ਕੀਤਾ, ਉਹ ਤਿਆਰ ਹੋ ਗਏ ਸੁਣਨ ਵਾਸਤੇ। ਇਹ ਕੀ ਕਹਿੰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹੜੇ ਹਨ, ਜਿਹੜੇ ਸ਼ਾਹ ਸਰਫ ਨੂੰ ਸੰਤੁਸ਼ਟ ਕਰਕੇ ਆ ਗਏ ਹਨ। ਸ਼ਾਹ ਸਰਫ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖਣ ਲੱਗ ਪਿਆ ਹੈ। ਆਪਾਂ ਵੀ ਸੁਣੀਏ ਕੀ ਕਹਿੰਦੇ ਹਨ। ਉਹ ਜਿੰਨੇ ਵੀ ਹਾਜੀ ਇਕੱਠੇ ਹੋਏ ਸਨ। ਇਹ ਯਾਤਰਾ ਚੱਲ ਰਹੀ ਹੈ, ਮੱਕੇ ਵੱਲ ਜਾਣ ਦਾ ਸਮਾਂ, ਅਜੇ ਗਏ ਨਹੀਂ ਮੱਕੇ, ਜਾਣ ਦਾ ਸਮਾਂ ਚੱਲ ਰਿਹਾ ਹੈ। ਭਾਈ ਮਰਦਾਨਾ ਜੀ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਜੀ ਸਰਵਣ ਕਰ ਰਹੇ ਹਨ ਭਾਈ ਬਾਲੇ ਦੀਆਂ ਗੱਲਾਂ, ਜੋ ਜੋ ਦੇਖੀਆਂ ਭਾਈ ਬਾਲਾ ਜੀ ਨੇ। ਜਿਵੇਂ ਜਿਵੇਂ ਰਬਾਬ ਵਜਾਈ ਮਰਦਾਨਾ ਜੀ ਨੇ, ਤਿਵੇਂ ਤਿਵੇਂ ਜੋ ਜੋ ਦੱਸਿਆ, ਤਿਵੇਂ ਤਿਵੇਂ ਪੈੜਾ ਮੋਖਾ ਸੁਲਤਾਨਪੁਰ ਦੇ ਜਿਹੜੇ ਸਨ, ਉਹਨਾਂ ਨੇ ਉਂਝ ਹੀ ਸਾਰਾ ਕੁਝ ਲਿਖ ਦਿੱਤਾ, ਜਿਹਦਾ ਨਾਮ ਹੈ ਜਨਮ ਸਾਖੀ ਭਾਈ ਬਾਲੇ ਵਾਲੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਹਾਜ਼ਰਾਂ ਕੋ ਮਿਹਰ ਹੈ। ਜਿਹੜੇ ਹਾਜ਼ਰ ਰਹਿੰਦੇ ਹਨ ਗੁਰੂ ਦੇ ਚਰਨਾਂ ਵਿੱਚ, ਅਕਾਲ ਪੁਰਖ ਜੀ ਦੇ ਚਰਨਾਂ ਵਿੱਚ, ਖੁਦਾ ਦੇ ਚਰਨਾਂ ਵਿੱਚ, ਉਹਨਾਂ ਤੇ ਸਦਾ ਮਿਹਰ ਵਰਸਦੀ ਹੈ, ਦਇਆ ਵਰਸਦੀ ਹੈ, ਕਿਰਪਾ ਵਰਸਦੀ ਹੈ। ਗੈਰ ਹਾਜ਼ਰਾਂ ਕੋ ਕਹਿਰ, ਤੇ ਜਿਹੜੇ ਗੈਰ ਹਾਜ਼ਰ ਹਨ ਉਹ ਕੰਮ ਐਸੇ ਕਰ ਬਹਿੰਦੇ ਹਨ, ਉਹਨਾਂ ਦੇ ਕੋਲੋਂ ਕਹਿਰ ਹੋ ਜਾਂਦੇ ਹਨ, ਜ਼ੁਲਮ ਹੋ ਜਾਂਦੇ ਹਨ, ਬੜੇ ਬੜੇ ਪਾਪ ਗੁਨਾਹ ਗਲਤੀਆਂ ਹੋ ਜਾਂਦੀਆਂ ਹਨ। ਇਸ ਕਰਕੇ ਖੁਦਾ ਦੇ ਚਰਨਾਂ ਵਿੱਚ ਹਾਜ਼ਰ ਰਹਿਣਾ ਹੀ ਚੰਗਾ ਹੈ, ਨੇੜੇ ਰਹਿਣਾ ਹੀ ਚੰਗਾ ਹੈ। ਇਹ ਹਾਜ਼ਰਨਾਮਾ ਸਤਿਗੁਰਾਂ ਨੇ ਉਸ ਵੇਲੇ ਉਚਾਰਨ ਕੀਤਾ। ਭਾਈ ਬਾਲਾ ਜੀ ਦੱਸ ਰਹੇ ਹਨ, ਸਤਿਗੁਰੂ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਨਮ ਸਾਖੀ ਦਾ ਅੰਗ ਹੈ 131 131। ਈਮਾਨ ਦੋਸਤ ਹੈ, ਜਿਹੜਾ ਬੰਦਾ ਧਰਮ ਈਮਾਨ ਤੇ ਪੱਕਾ ਹੈ, ਉਹ ਜਿਹਾ ਮਨ ਉਹਦਾ ਦੋਸਤ ਹੈ, ਸਾਥੀ ਹੈ, ਭੈਣ ਭਰਾ ਹੈ, ਸਭ ਕੁਝ ਜਿਹੜਾ ਮਨ ਹੈ। ਗੁਰਬਾਣੀ ਵਿੱਚ ਵੀ ਆਉਂਦਾ ਹੈ, ਇਹ ਮਨ ਤੇਰਾ ਭਾਈ। ਕੱਲਾ ਕਿਤੇ ਬੰਦਾ ਬੈਠਾ ਹੋਵੇ ਤਾਂ ਵੀ ਕਹਿੰਦਾ ਚੱਲ ਮਨਾ ਚਲੀਏ। ਈਮਾਨ ਜਿਹੜਾ ਹੈ, ਇਹ ਬੰਦੇ ਦਾ ਸੱਚਾ ਦੋਸਤ ਹੈ, ਮਿੱਤਰ ਹੈ। ਈਮਾਨ ਦੋਸਤ ਹੈ।
ਤੇ ਜਿਹੜੀ ਬੇਈਮਾਨੀ ਵਾਲੀ ਜ਼ਿੰਦਗੀ ਹੈ ਉਹ ਕਾਫਰ ਹੈ। ਉਹਨਾਂ ਨੂੰ ਕਹਿਣ ਲੱਗੇ, ਉਹਨਾਂ ਦੀ ਬੋਲੀ ਵਿੱਚ ਆਖਣ ਲੱਗੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜਿਹੜੇ ਮਨ ਬੇਈਮਾਨ ਹਨ ਉਹ ਕਾਫਰ ਹੋ ਜਾਂਦੇ ਹਨ। ਖੁਦਾ ਵੱਲੋਂ, ਰੱਬ ਵੱਲੋਂ, ਪਰਮੇਸ਼ਰ ਵੱਲੋਂ, ਵਾਹਿਗੁਰੂ ਵੱਲੋਂ, ਸਤਨਾਮ ਜੀ ਵੱਲੋਂ ਦੂਰ ਹੋ ਜਾਂਦੇ ਹਨ। ਜਿਹੜੇ ਮਨ ਹੰਕਾਰੀ ਹੋ ਜਾਂਦੇ ਹਨ, ਗੁਮਾਨ ਵਾਲੇ ਹੋ ਜਾਂਦੇ ਹਨ, ਉਹਨਾਂ ਨੂੰ ਸੂਲਾਂ ਚੁੱਭਦੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਹੁਕਮ ਕਰਦੇ ਹਨ, ਕਰਹਿ ਗੁਮਾਨ ਚੁੱਭ ਹੈ ਤਿਸ ਸੂਲਾ। ਕੋਈ ਵੀ ਬੰਦਾ ਗੁਮਾਨ ਕਰਦਾ ਹੋਵੇ, ਹੰਕਾਰ ਕਰਦਾ ਹੋਵੇ, ਉਹਨੂੰ ਸੂਲਾਂ ਚੁੱਭਣ ਲੱਗ ਪੈਂਦੀਆਂ ਹਨ। ਉਹਨਾਂ ਸੂਲਾਂ ਨਾਲ ਉਹ ਆਪ ਹੀ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਗੁਮਾਨ ਵੱਡੀ ਲਾਨਤ ਹੈ, ਅਹੰਕਾਰ ਵੱਡਾ ਬਹੁਤ ਬੁਰਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਗੁਮਾਨ ਲਾਨਤ ਹੈ, ਕਦੀ ਵੀ ਗੁਮਾਨ ਨਾ ਕਰੋ, ਕਦੀ ਵੀ ਗੁਮਾਨ ਨਾ ਕਰੋ, ਅਹੰਕਾਰ ਨਾ ਕਰੋ। ਪਰ ਗੈਬਤ ਕਾ ਮੂੰਹ ਕਾਲਾ, ਪਰਾਈ ਦੌਲਤ ਤੱਕਣੀ, ਰੂਪ ਤੱਕਣੇ। ਹੋਰ ਬੜੀ ਲੰਬੀ ਕਥਾ ਹੈ। ਆਪਣੇ ਗੁਰੂ ਵੱਲੋਂ ਮੂੰਹ ਫੇਰ ਲੈਣਾ, ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤੇ ਨਿਕਾਲੇ, ਉਹਨਾਂ ਦਾ ਮੂੰਹ ਕਾਲਾ ਹੈ। ਜਿਹੜੇ ਖੁਦਾ ਨੂੰ ਭੁੱਲ ਜਾਂਦੇ ਹਨ, ਰੱਬ ਨੂੰ ਭੁੱਲ ਜਾਂਦੇ ਹਨ, ਵਾਹਿਗੁਰੂ ਜੀ ਨੂੰ ਭੁੱਲ ਜਾਂਦੇ ਹਨ, ਅਕਾਲ ਪੁਰਖ ਜੀ ਨੂੰ ਭੁੱਲ ਜਾਂਦੇ ਹਨ। ਦਿਆਨਤਦਾਰ ਸੁਰਖਰੂ ਹੈ, ਜਿਹੜਾ ਹੁਕਮ ਵਿੱਚ ਰਹਿੰਦਾ ਹੈ, ਸੇਵਕ ਬਣ ਕੇ ਰਹਿੰਦਾ ਹੈ, ਉਹ ਸੁਰਖਰੂ ਹੈ। ਦਰਗਾਹ ਵਿੱਚ ਸੇਵਕ, ਦਰਗਾਹ ਸੁਰਖਰੂ, ਬੇਮੁਖ ਮੂੰਹ ਕਾਲਾ। ਅੱਜ ਦੀ ਕਥਾ ਇੱਥੇ ਤੱਕ ਹੀ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ, ਕਿਉਂਕਿ ਸਮਾਂ ਜਿਹੜਾ ਹੈ ਜਿੰਨਾ ਹੈ ਉਹਦੇ ਵਿੱਚ ਹੀ ਰਹਿਣਾ ਪੈਂਦਾ ਹੈ। ਜ਼ਿੰਦਗੀ ਦਾ ਸਮਾਂ ਵੀ ਜਿੰਨਾ ਹੈ ਉਹਦੇ ਵਿੱਚ ਹੀ ਰਹਿਣਾ ਪੈਂਦਾ ਹੈ। ਮੁੜ ਕੇ ਬਿਨਾਂ ਕੱਪੜਿਆਂ ਤੋਂ ਜਾਣਾ ਪੈਂਦਾ ਹੈ। ਨੰਗਾ ਦੋਜਕ ਚਾਲਿਆ, ਕਿਉਂਕਿ ਦੇਹ ਰੂਪੀ ਕੱਪੜਾ ਇੱਥੇ ਰਹਿ ਜਾਣਾ ਹੈ, ਨੰਗੇ ਹੀ ਜਾਣਾ ਪੈਣਾ ਹੈ। ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਜਿਹੜੇ ਔਗਣ ਕੀਤੇ ਹਨ ਉਹਨਾਂ ਕਰਕੇ ਵੱਡਾ ਪਛਤਾਵਾ ਲੱਗੇਗਾ। ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਇਹ ਕਥਾ ਚੱਲ ਰਹੀ ਹੈ। 131 ਅੰਗ ਤੋਂ ਦਾਸ ਨੇ ਇਹ ਕਥਾ ਕੀਤੀ ਹੈ। ਭੁੱਲਾਂ ਸਤਿਗੁਰੂ ਜੀ ਖਿਮਾ ਕਰ ਦੇਣੀਆਂ। ਸਾਧ ਸੰਗਤ ਗੁਰੂ ਦਾ ਰੂਪ ਹੈ, ਦਾਸ ਨੂੰ ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।